ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਬਾਇਓਮੈਟ੍ਰਿਕ ਤੋਂ ਮਿਲੀ ਰਾਹਤ, ਯੂਕਰੇਨ ਤੋਂ ਆਉਣ ਵਾਲਿਆਂ ਨੂੰ ਢਿੱਲ, ਕੌਣ ਕੱਢ ਰਿਹਾ ਟਰੂਡੋ ਨੂੰ ਗਾਲਾਂ, ਟਰੂਡੋ ਖਿਲਾਫ ਪ੍ਰਦਰਸ਼ਨ ਕਿਉਂ? ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ, ਕਈ ਉਮੀਦਵਾਰਾਂ ਨੂੰ ਮਿਲੇ ਸੱਦੇ। ਨਸ਼ੇ ਦੇ ਮਾਮਲੇ ਵਿੱਚ 20 ਜਾਣੇ ਗ੍ਰਿਫਤਾਰ, ਹੁਣ ਤੱਕ ਦਾ ਸਭ ਤੋਂ ਵੱਧ ਨਸ਼ਾ ਬਰਾਮਦ। ਏਅਰ ਕੈਨੇਡਾ ਨੇ ਦਿੱਤੀ ਖੁਸ਼ਖਬਰੀ, ਹੁਣ ਵੱਧ ਲੋਕ ਕਰ ਸਕਦੇ ਸਫ਼ਰ। ਆਈਆਰਸੀਸੀ ਵੱਲੋਂ ਬਾਇਓਮੈਟ੍ਰਿਕ ਦੇ ਸੰਬੰਧ ਵਿੱਚ ਰਾਹਤ ਦਿੱਤੀ ਗਈ ਹੈ, ਜਿੱਥੇ ਕੁਝ ਲੋਕਾਂ ਨੂੰ ਹੁਣ ਬਾਇਓਮੈਟ੍ਰਿਕ ਕਰਵਾਉਣ ਦੀ ਜ਼ਰੂਰਤ ਨਹੀਂ ਹੋਏਗੀ। ਦਰਅਸਲ ਵਿਭਾਗ ਵੱਲੋਂ ਯੂਕਰੇਨ ਤੋਂ ਆਉਣ ਵਾਲੇ ਲੋਕਾਂ ਨੂੰ ਇਹ ਰਾਹਤ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਹੜੇ ਯੂਕਰੇਨ ਤੋਂ ਆਉਣ ਵਾਲੇ ਲੋਕਾਂ ਨੂੰ ਬਾਇਓਮੈਟ੍ਰਿਕ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਆਈਆਰਸੀਸੀ ਵੱਲੋਂ ਬਾਇਓਮੈਟ੍ਰਿਕ ਦੇ ਸੰਬੰਧ ਵਿੱਚ ਰਾਹਤ ਦੇਣ ਦੇ ਬਾਰੇ ਐਲਾਨ ਕੀਤਾ ਗਿਆ। ਦਰਅਸਲ ਇਹ ਰਾਹਤ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਜਿਹੜੇ ਯੂਕਰੇਨ ਤੋਂ ਕੈਨੇਡਾ ਵਿੱਚ ਆਉਣਗੇ। ਹਾਲ ਹੀ 'ਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਕਿਵੇਂ ਤੇ ਕਿਸ ਤਰ੍ਹਾਂ ਉਹਨਾਂ ਵੱਲੋਂ ਯੂਕਰੇਨ ਰਿਫਿਊਜੀਆਂ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਜਾਵੇਗਾ। ਮੌਜੂਦਾ ਸਮੇਂ ਜਿਹੜੇ ਵੀ ਕੈਨੇਡਾ ਵਿੱਚ ਆ ਰਹੇ ਨੇ ਉਹਨਾਂ ਵਾਸਤੇ ਬਾਇਓਮੈਟ੍ਰਿਕ ਕਾਫੀ ਜ਼ਰੂਰੀ ਹੈ, ਪਰ ਹੁਣ ਯੂਕਰੇਨ ਤੋਂ ਆਉਣ ਵਾਲੇ ਕੁਝ ਲੋਕਾਂ ਨੂੰ ਬਾਇਓਮੈਟ੍ਰਿਕ ਦੇ ਸੰਬੰਧ ਵਿੱਚ ਰਾਹਤ ਦਿੱਤੀ ਜਾ ਰਹੀ ਹੈ। ਕਿਹਨਾਂ ਨੂੰ ਇਹ ਰਾਹਤ ਦਿੱਤੀ ਜਾ ਰਹੀ ਹੈ, ਇਹ ਵੀ ਆਈਆਰਸੀਸੀ ਵੱਲੋਂ ਦੱਸਿਆ ਗਿਆ। ਜਿਨ੍ਹਾਂ ਦੀ ਉਮਰ 14 ਤੋਂ 17 ਸਾਲ ਦੇ ਵਿਚਕਾਰ, ਜਿਨ੍ਹਾਂ ਦੀ ਉਮਰ 60 ਸਾਲ ਤੋਂ ਉੱਪਰ ਹੋਵੇਗੀ, ਜਿਨ੍ਹਾਂ ਕੋਲ ਪਹਿਲਾਂ ਕੈਨੇਡਾ ਦਾ ਵੀਜ਼ਾ ਹੋਵੇਗਾ ਤੇ ਜਿਨ੍ਹਾਂ ਕੋਲ ਕੋਈ ਵੀ ਡੈਰੋਗੇਟਰੀ ਇਮੀਗ੍ਰੇਸ਼ਨ ਹਿਸਟਰੀ ਨਹੀਂ ਹੋਵੇਗੀ, ਉਹਨਾਂ ਨੂੰ ਆਈਆਰਸੀਸੀ ਵੱਲੋਂ ਲੋ ਰਿਸਕ ਕੈਟਾਗਰੀ ਦੇ ਵਿੱਚ ਪਾਇਆ ਗਿਆ ਹੈ। ਵਿਭਾਗ ਦਾ ਕਹਿਣਾ ਹੈ ਕਿ ਜਿਨ੍ਹਾਂ ਦੀ ਉਮਰ 14 ਸਾਲ ਤੋਂ ਹੇਠਾਂ ਹੈ, ਉਹਨਾਂ ਨੂੰ ਬਾਇਓਮੈਟ੍ਰਿਕਸ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਰਾਹਤ ਵਿਭਾਗ ਵੱਲੋਂ ਇਸ ਕਰਕੇ ਦਿੱਤੀ ਜਾ ਰਹੀ ਹੈ ਤਾਂ ਕਿ ਯੂਕਰੇਨ ਤੋਂ ਰਿਫਿਊਜੀ ਜਲਦ ਤੋਂ ਜਲਦ ਕੈਨੇਡਾ ਆ ਸਕਣ। ਦੱਸ ਦਈਏ ਕਿ 2 ਹਫ਼ਤੇ ਪਹਿਲਾਂ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਇੱਕ ਨਵਾਂ ਪ੍ਰੋਗਰਾਮ ਲਾਂਚ ਕੀਤਾ ਗਿਆ, ਜੋ ਕਿ ਕੈਨੇਡਾ ਯੂਕਰੇਨ ਆਥੋਰਾਈਜ਼ੇਸ਼ਨ ਫਾਰ ਐਮਰਜੈਂਸੀ ਟਰੈਵਲ ਪ੍ਰੋਗਰਾਮ ਸੀ। ਇਸ ਪ੍ਰੋਗਰਾਮ ਦੇ ਰਾਹੀਂ 3 ਸਾਲਾ ਓਪਨ ਵਰਕ ਪਰਮਿਟ ਯੂਕਰੇਨ ਰਿਫਿਊਜੀਆਂ ਵਾਸਤੇ ਲਿਆਂਦਾ ਗਿਆ ਤੇ ਹੁਣ ਲਗਾਤਾਰ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਸਾਨੀ ਨਾਲ ਯੂਕਰੇਨ ਤੋਂ ਆਉਣ ਵਾਲੇ ਰਿਫਿਊਜੀ ਕੈਨੇਡਾ ਵਿੱਚ ਆ ਕੇ ਰਹਿ ਸਕਣ। ਇੱਕ ਪਾਸੇ ਵੈਨਕੂਵਰ ਪਹੁੰਚਣ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਵਾਗਤ ਕੀਤਾ ਗਿਆ, ਪਰ ਦੂਜੇ ਪਾਸੇ ਹੋਟਲ ਦੇ ਬਾਹਰ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਇਕੱਠਾ ਹੋ ਗਏ। ਇਹਨਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵਿਰੋਧ ਕੀਤਾ ਜਾ ਰਿਹਾ ਸੀ। ਹੱਥਾਂ ਵਿੱਚ ਬੈਨਰ ਫੜੇ ਹੋਏ ਸਨ, ਜਿਸ ਦੇ ਵਿੱਚ ਗਲਤ ਸ਼ਬਦਾਵਲੀ ਪ੍ਰਧਾਨ ਮੰਤਰੀ ਵਾਸਤੇ ਲਿਖੀ ਹੋਈ ਸੀ। ਇਹਨਾਂ ਵੱਲੋਂ ਗਾਲਾਂ ਜਿਹੜੀਆਂ ਸੀ ਉਹ ਲਿਖੀਆਂ ਹੋਈਆਂ ਸਨ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੋਈਆਂ। ਆਖਿਰਕਾਰ ਇਹਨਾਂ ਵੱਲੋਂ ਕਿਉਂ ਅਜਿਹਾ ਕੀਤਾ ਗਿਆ, ਜਾਣੋ ਇਸ ਖਬਰ ਰਾਹੀਂ। ਵੈਨਕੂਵਰ ਦੇ ਹੋਟਲ ਦੇ ਬਾਹਰ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਇਕੱਠੇ ਹੋਏ। ਇਹਨਾਂ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਿਲਾਫ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਇਹਨਾਂ ਪ੍ਰੋਟੈਸਟਰਸ ਦੇ ਹੱਥਾਂ ਵਿੱਚ ਪੋਸਟਰ ਫੜੇ ਹੋਏ ਸਨ, ਜਿੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਗਾਲਾਂ ਲਿਖੀਆਂ ਹੋਈਆਂ ਸਨ। ਦਰਅਸਲ ਵੈਨਕੂਵਰ ਦੇ ਫੇਅਰਮਾਊਂਟ ਹੋਟਲ ਦੇ ਬਾਹਰ ਐਂਟੀ ਟਰੂਡੋ ਪ੍ਰੋਟੈਸਟਰਸ ਇਕੱਠੇ ਹੋਏ, ਜਿਹੜੇ ਕਿ ਉੱਚੀ ਆਵਾਜ਼ ਵਿੱਚ ਹਾਰਨ ਵਜਾਉਂਦੇ ਹੋਏ ਦਿਖਾਈ ਦਿੱਤੇ। ਇਸ ਤੋਂ ਇਲਾਵਾ ਉਹਨਾਂ ਦੇ ਹੱਥਾਂ ਵਿੱਚ ਸਾਈਨ ਬੋਰਡ ਫੜੇ ਹੋਏ ਸਨ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਗਲਤ ਸ਼ਬਦਾਵਲੀ ਲਿਖੀ ਹੋਈ ਸੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੱਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਵੈਨਕੂਵਰ ਦੇ ਵਿੱਚ ਪਹੁੰਚੇ ਹੋਏ ਸਨ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਲੀਅਮਸ ਲੇਕ ਫਰਸਟ ਨੇਸ਼ਨ ਪਹੁੰਚੇ ਤਾਂ ਉਹਨਾਂ ਦਾ ਇੱਥੇ ਪਹੁੰਚਣ ਤੇ ਰਵਾਇਤੀ ਤਰੀਕੇ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਵਾਗਤ ਹੋ ਰਿਹਾ ਸੀ, ਪਰ ਦੂਜੇ ਪਾਸੇ ਕੁਝ ਅਜਿਹੇ ਪ੍ਰਦਰਸ਼ਨਕਾਰੀ ਵੀ ਸਨ ਜਿਨ੍ਹਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਹਨਾਂ ਪ੍ਰਦਰਸ਼ਨਕਾਰੀਆਂ ਵੱਲੋਂ ਵੈਕਸੀਨ ਦੇ ਖਿਲਾਫ ਆਪਣੇ ਵਿਚਾਰ ਰੱਖੇ ਜਾ ਰਹੇ ਨੇ। ਇਸ ਦੀਆਂ ਤਸਵੀਰਾਂ ਵੀ ਲਗਾਤਾਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ। ਆਈਆਰਸੀਸੀ ਵੱਲੋਂ ਪੀਐਨਬੀ ਸਪੈਸੀਫਿਕ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਸੱਦੇ ਦਿੱਤੇ ਗਏ। ਇਸ ਡਰਾਅ ਦੇ ਵਿੱਚ 900 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਲ ਹੋਏ। ਇਸ ਤੋਂ ਪਹਿਲਾਂ ਜਿਹੜਾ ਡਰਾਅ ਕੱਢਿਆ ਗਿਆ ਸੀ, ਉਸ ਵਿੱਚ ਵੀ 900 ਤੋਂ ਵੱਧ ਸੱਦੇ ਦਿੱਤੇ ਗਏ ਸਨ। ਇਮੀਗ੍ਰੇਸ਼ਨ ਵਿਭਾਗ ਵੱਲੋਂ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਜੋ ਪੀਐਨਬੀ ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾਅ ਐਲਾਨ ਕੀਤਾ ਗਿਆ, ਇਸ ਵਿੱਚ 919 ਉਮੀਦਵਾਰਾਂ ਦੀ ਕਿਸਮਤ ਜਾਗੀ। ਇਹ ਡਰਾਅ 30 ਮਾਰਚ ਦੌਰਾਨ ਕੱਢਿਆ ਗਿਆ, ਜਿੱਥੇ ਕਈ ਉਮੀਦਵਾਰਾਂ ਨੂੰ ਪੀਆਰ ਦੇ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਕੈਂਡੀਡੇਟਸ ਨੂੰ ਨਵੇਂ ਇਨਵੀਟੇਸ਼ਨ ਰਾਉਂਡ ਵਿੱਚ ਸੱਦੇ ਦਿੱਤੇ ਗਏ। ਜਿਹੜੇ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ, ਉਹਨਾਂ ਕੋਲ ਘੱਟੋ-ਘੱਟ 785 ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰਸ ਹੋਣੇ ਜ਼ਰੂਰੀ ਸਨ। ਦੱਸ ਦਈਏ ਕਿ ਜਿਹੜੇ ਉਮੀਦਵਾਰਾਂ ਨੂੰ ਸੱਦੇ ਹਾਸਲ ਹੋਏ ਨੇ, ਉਹਨਾਂ ਕੋਲ 60 ਦਿਨ ਦਾ ਸਮਾਂ ਹੈ ਕਿ ਉਹ ਕੈਨੇਡੀਅਨ ਪੀਆਰ ਦੇ ਵਾਸਤੇ ਅਪਲਾਈ ਕਰਦੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਿਹੜਾ ਡਰਾਅ ਕੱਢਿਆ ਗਿਆ ਸੀ, ਉਸ ਵਿੱਚ ਵੀ 900 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਸਨ। ਆਈਆਰਸੀਸੀ ਵੱਲੋਂ 924 ਪੀਐਨਪੀ ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ।
ਇਮੀਗ੍ਰੇਸ਼ਨ ਵਿਭਾਗ ਵੱਲੋਂ ਲਗਾਤਾਰ ਪੀਐਨਬੀ ਸਪੈਸੀਫਿਕ ਡਰਾਅ ਤਾਂ ਕੱਢੇ ਜਾ ਰਹੇ ਨੇ, ਪਰ ਦੂਜੇ ਪਾਸੇ ਅਜੇ ਉਡੀਕ ਕੀਤੀ ਜਾ ਰਹੀ ਹੈ ਕਿ ਫੈਡਰਲ ਲੈਵਲ ਦੇ ਡਰਾਅ ਕਦੋਂ ਐਲਾਨ ਕੀਤੇ ਜਾਣਗੇ। ਪਿਛਲੇ ਦਿਨੀ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਸੀ, ਜਿਸ ਵਿੱਚ ਵਿਭਾਗ ਵੱਲੋਂ ਇਸ ਸੰਕੇਤ ਦਿੱਤਾ ਗਿਆ ਸੀ ਕਿ ਜਲਦ ਹੀ ਵੱਡੇ ਡਰਾਅ ਕੱਢਣ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦੇ ਸਵਾਗਤ ਦਾ IRCC ਵੱਲੋਂ ਟੀਚਾ ਤੈਅ ਕੀਤਾ ਗਿਆ ਹੈ। ਜੋ ਇਮੀਗ੍ਰੇਸ਼ਨ ਲੈਵਲਸ ਪਲਾਨ ਸਾਂਝਾ ਕੀਤਾ ਗਿਆ, ਉਸ ਮੁਤਾਬਕ ਇਹ ਟਾਰਗੇਟ ਤੈਅ ਕੀਤਾ ਗਿਆ ਹੈ ਕਿ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦਾ ਕੈਨੇਡਾ ਵਿੱਚ ਇਸ ਸਾਲ ਸਵਾਗਤ ਕੀਤਾ ਜਾਵੇ। ਵਿਭਾਗ ਇਸ ਟਾਰਗੇਟ ਨੂੰ ਪੂਰਾ ਕਰਨ ਦੇ ਲਈ ਕਾਫੀ ਗੰਭੀਰ ਨਜ਼ਰ ਆ ਰਿਹਾ ਹੈ। ਜੋ ਪਿਛਲੇ ਸਾਲ ਟਾਰਗੇਟ ਤੈਅ ਕੀਤਾ ਗਿਆ ਸੀ, ਉਸ ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਦੂਜੇ ਪਾਸੇ ਫਾਈਲਾਂ ਦਾ ਬੈਕਲੌਗ ਵੀ ਇਕੱਠਾ ਹੋਇਆ ਹੈ, ਜਿਸ ਨੂੰ ਲੈ ਕੇ ਵੀ ਵਿਭਾਗ ਲਗਾਤਾਰ ਜਾਣਕਾਰੀ ਦੇ ਰਿਹਾ ਹੈ। IRCC ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਉਹਨਾਂ ਵੱਲੋਂ ਇਸ ਗੱਲ ਨੂੰ ਲੈ ਕੇ ਧਿਆਨ ਦਿੱਤਾ ਜਾ ਰਿਹਾ ਹੈ ਕਿ ਜਿਹੜਾ ਫਾਈਲਾਂ ਦਾ ਬੈਕਲੌਗ ਇਕੱਠਾ ਹੋ ਗਿਆ, ਪਹਿਲਾਂ ਉਹਨਾਂ ਨੂੰ ਨਿਪਟਾਇਆ ਜਾਵੇ, ਭਾਵ ਕਿ ਫਾਈਲਾਂ ਦੇ ਉੱਪਰ ਫੈਸਲਾ ਸੁਣਾਇਆ ਜਾਵੇ। ਹੁਣ ਦੇਖਣਾ ਹੋਵੇਗਾ ਕਿ ਫੈਡਰਲ ਲੈਵਲ ਦੇ ਡਰਾਅ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਕੱਢਣ ਦੀ ਸ਼ੁਰੂਆਤ ਮੁੜ ਤੋਂ ਕਦੋਂ ਕੀਤੀ ਜਾਂਦੀ ਹੈ। ਨਸ਼ੇ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ, ਜਿੱਥੇ ਉਹਨਾਂ ਵੱਲੋਂ ਵੱਡੀ ਮਾਤਰਾ ਵਿੱਚ ਨਸ਼ਾ ਦੇ ਹਥਿਆਰ ਬਰਾਮਦ ਕੀਤੇ ਗਏ। 20 ਜਾਣੇ ਇਸ ਦੌਰਾਨ ਗ੍ਰਿਫਤਾਰ ਕੀਤੇ ਗਏ ਨੇ। ਕਾਫੀ ਲੰਬੇ ਸਮੇਂ ਤੋਂ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਸੀ। ਪੁਲਿਸ ਦਾ ਕਹਿਣਾ ਹੈ ਕਿ ਜਿਸ ਮਾਤਰਾ ਦੇ ਵਿੱਚ ਉਹਨਾਂ ਵੱਲੋਂ ਨਸ਼ਾ ਬਰਾਮਦ ਕੀਤਾ ਗਿਆ, ਇਹ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਨਸ਼ਾ ਅਤੇ ਹਥਿਆਰ ਬਰਾਮਦ ਕੀਤਾ ਗਿਆ। ਇਸ ਸੰਬੰਧ ਵਿੱਚ ਉਹਨਾਂ ਵੱਲੋਂ 20 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਦਰਅਸਲ ਮਾਮਲਾ ਮੈਨੀਟੋਬਾ ਤੋਂ ਸਾਹਮਣੇ ਹੈ, ਜਿੱਥੇ ਕਾਫੀ ਲੰਬੇ ਸਮੇਂ ਤੋਂ ਜਾਂਚ ਕੀਤੀ ਜਾ ਰਹੀ ਸੀ। ਜਾਂਚ ਦਾ ਨਤੀਜਾ ਇਹ ਨਿਕਲਿਆ ਕਿ 20 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਤੋਂ ਵੱਡੀ ਮਾਤਰਾ ਵਿੱਚ ਨਸ਼ਾ, ਹਥਿਆਰ ਅਤੇ ਹੋਰ ਵੀ ਕਈ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਨੇ। RCMP ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਜਿਹੜੇ 20 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਉਹ ਅੰਤਰਰਾਸ਼ਟਰੀ ਡਰੱਗ ਅਤੇ ਵੈਪਨ ਟ੍ਰੈਫਿਕਿੰਗ ਦੇ ਸੰਬੰਧ ਵਿੱਚ ਕੰਮ ਕਰਦੇ ਸਨ। ਦੱਸ ਦਈਏ ਕਿ ਮੈਨੀਟੋਬਾ RCMP ਵੱਲੋਂ ਜੋ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਗਿਆ, ਹੁਣ ਤੱਕ ਦਾ ਇਹ ਸਭ ਤੋਂ ਵੱਡੀ ਮਾਤਰਾ ਵਿੱਚ ਬਰਾਮਦ ਕੀਤੀ ਜਾਣ ਵਾਲਾ ਨਸ਼ਾ ਹੈ। ਦੱਸ ਦਈਏ ਕਿ ਇਸ ਜਾਂਚ ਦੀ ਸ਼ੁਰੂਆਤ 2018 ਵਿੱਚ ਕੀਤੀ ਗਈ ਸੀ, ਜਿੱਥੇ ਮੈਨੀਟੋਬਾ RCMP ਨੂੰ ਨਸ਼ੇ ਦੇ ਸੰਬੰਧ ਵਿੱਚ ਜਾਣਕਾਰੀ ਹਾਸਲ ਹੋਈ ਸੀ। ਇਸ ਜਾਂਚ ਵਿੱਚ ਕਈ ਏਜੰਸੀਜ਼ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਸੀ, ਜਿਸ ਵਿੱਚ ਕੋਲੰਬੀਅਨ ਨੈਸ਼ਨਲ ਪੁਲਿਸ, US ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਟਰਸ ਵੀ ਸ਼ਾਮਲ ਸਨ। ਇਸ ਟ੍ਰੈਫਿਕਿੰਗ ਆਪਰੇਸ਼ਨ ਦੇ ਵਿੱਚ 5 ਕ੍ਰਿਮੀਨਲ ਆਰਗੇਨਾਈਜੇਸ਼ਨਸ ਦੇ ਜੁੜੇ ਤਾਰ ਵੀ ਸਾਹਮਣੇ ਆਏ ਨੇ। ਇਸ ਵਿੱਚ ਹੈਲਜ਼ ਐਂਜਲਸ ਬਾਈਕਰ ਗੈਂਗ ਦਾ ਵੀ ਨਾਮ ਸਾਹਮਣੇ ਆਇਆ। ਜਿਹੜੇ 20 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਇਹਨਾਂ ਵਿੱਚੋਂ 17 ਮੈਨੀਟੋਬਾ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਜੋ ਨਸ਼ਾ ਬਰਾਮਦ ਕੀਤਾ ਗਿਆ, ਉਸ ਵਿੱਚ $70 ਮਿਲੀਅਨ ਦਾ ਇਲਿਸਿਟ ਡਰੱਗ, ਜਿਸ ਵਿੱਚ 110 ਕਿਲੋਗ੍ਰਾਮ ਕੋਕੇਨ, 41.4 ਕਿਲੋਗ੍ਰਾਮ ਮੈਥਮਫੈਟਾਮਾਈਨ, 3 ਕਿਲੋਗ੍ਰਾਮ ਫੈਂਟਾਨਿਲ ਅਤੇ ਹੋਰ ਵੀ ਕਈ ਨਸ਼ਾ ਬਰਾਮਦ ਹੋਇਆ ਹੈ। ਇੰਨਾ ਹੀ ਨਹੀਂ, ਪੁਲਿਸ ਦੇ ਹੱਥ 14 ਹੈਂਡ ਗਨਸ ਵੀ ਲੱਗੀਆਂ ਨੇ ਤੇ 5 ਅਸੌਲਟ ਸਟਾਈਲ ਵੈਪਨਸ ਵੀ ਪੁਲਿਸ ਵੱਲੋਂ ਬਰਾਮਦ ਕੀਤੇ ਗਏ। ਫਿਲਹਾਲ ਇਸ ਮਾਮਲੇ ਦੀ ਵਧੇਰੇ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ 에ਅਰ ਕੈਨੇਡਾ ਵੱਲੋਂ ਯਾਤਰੀਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਲਿਆਂਦੀ ਗਈ ਹੈ। 에ਅਰ ਕੈਨੇਡਾ ਵੱਲੋਂ ਹੁਣ ਜੋ ਆਪਣੀ ਕੈਪੈਸਿਟੀ ਲਿਮਿਟ ਹੈ, ਉਸ ਨੂੰ ਵਧਾਇਆ ਜਾ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਜ਼ਿਆਦਾ ਜਿਹੜੇ ਲੋਕ ਨੇ ਹੁਣ ਹਵਾਈ ਸਫ਼ਰ ਕਰ ਸਕਣਗੇ, ਜਿਸ ਦੀ ਜਾਣਕਾਰੀ 에ਅਰਲਾਈਨ ਵੱਲੋਂ ਸਾਂਝੀ ਕੀਤੀ ਗਈ ਹੈ। 에ਅਰ ਕੈਨੇਡਾ ਵੱਲੋਂ ਕੈਨੇਡਾ ਆਉਣ ਵਾਲੀ ਯਾਤਰੀਆਂ ਨੂੰ ਚੰਗੀ ਖਬਰ ਦਿੱਤੀ ਗਈ ਹੈ, ਜਿਸ ਮੁਤਾਬਕ ਹੁਣ 에ਅਰ ਕੈਨੇਡਾ ਵੱਲੋਂ ਆਪਣੀ ਕੈਪੈਸਿਟੀ ਦੁੱਗਣੀ ਕਰਨ ਸੰਬੰਧੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਦਰਅਸਲ ਫੈਡਰਲ ਸਰਕਾਰ ਵੱਲੋਂ ਜੋ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ ਸਨ, ਉਹਨਾਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ 에ਅਰ ਕੈਨੇਡਾ ਵੱਲੋਂ ਆਪਣੀ ਕੈਪੈਸਿਟੀ ਵਧਾਈ ਜਾਵੇਗੀ। ਮੌਜੂਦਾ ਸਮੇਂ ਜਿੰਨੇ ਯਾਤਰੀਆਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਹੈ, ਉਸ ਕੈਪੈਸਿਟੀ ਨੂੰ ਵਧਾ ਕੇ ਹੁਣ 75% ਕੀਤਾ ਜਾਵੇਗਾ। ਹਾਲੇ ਇਹ ਕੈਪੈਸਿਟੀ ਪ੍ਰੀ ਪੈਂਡੇਮਿਕ ਲੈਵਲ ਦੇ ਉੱਪਰ ਨਹੀਂ ਪਹੁੰਚੇਗੀ, ਪਰ ਇਸ ਨਾਲ ਕਾਫੀ ਫਾਇਦਾ ਹੋਵੇਗਾ। ਜ਼ਿਕਰਯੋਗ ਹੈ ਕਿ ਫੈਡਰਲ ਸਰਕਾਰ ਵੱਲੋਂ ਪਿਛਲੇ ਦਿਨੀ ਐਲਾਨ ਕੀਤਾ ਗਿਆ, ਜਿਸ ਵਿੱਚ ਉਹਨਾਂ ਦੱਸਿਆ ਕਿ ਜਿਹੜੇ ਫੁੱਲੀ ਵੈਕਸੀਨੇਟਡ ਯਾਤਰੀ ਕੈਨੇਡਾ ਵਿੱਚ ਆਉਣਗੇ, ਉਹਨਾਂ ਨੂੰ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਇਸ ਤੋਂ ਪਹਿਲਾਂ ਬਾਕੀ ਦੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਸਨ, ਭਾਵ ਕਿ ਸਰਕਾਰ ਵੱਲੋਂ ਪਹਿਲਾਂ ਹੀ PCR ਟੈਸਟ ਸੰਬੰਧੀ ਰਾਹਤ ਦੇ ਦਿੱਤੀ ਗਈ ਸੀ। ਹੁਣ ਤਾਜ਼ਾ ਐਲਾਨ ਤੋਂ ਬਾਅਦ ਯਾਤਰੀਆਂ ਨੂੰ ਕਾਫੀ ਉਤਸ਼ਾਹ ਹੈ ਕਿ ਉਹ ਕੈਨੇਡਾ ਦੀ ਯਾਤਰਾ ਕਰਨ। ਹੁਣ ਯਾਤਰਾ ਦੇ ਲਈ ਉਤਸ਼ਾਹ ਨੂੰ ਧਿਆਨ ਵਿੱਚ ਰੱਖਦਿਆਂ 에ਅਰਲਾਈਨ ਕੰਪਨੀਆਂ ਵੱਲੋਂ ਵੀ ਤਿਆਰੀ ਕੀਤੀ ਜਾ ਰਹੀ ਹੈ। ਇਸੇ ਦੇ ਸੰਬੰਧ ਵਿੱਚ 에ਅਰ ਕੈਨੇਡਾ ਵੱਲੋਂ ਵੀ ਦੱਸਿਆ ਗਿਆ ਕਿ ਹੁਣ ਉਹਨਾਂ ਵੱਲੋਂ ਆਪਣੀ ਕੈਪੈਸਿਟੀ ਦੇ ਵਿੱਚ ਵਾਧਾ ਕੀਤਾ ਜਾਵੇਗਾ, ਜੋ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਵਧਾਈ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਖਾਸ ਯੋਜਨਾ ਸਾਂਝੀ ਕੀਤੀ ਗਈ ਹੈ, ਜਿਸ ਦੀ ਜਾਣਕਾਰੀ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਸਾਂਝੀ ਕੀਤੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੱਸਿਆ ਗਿਆ ਹੈ ਕਿ ਇਸ ਯੋਜਨਾ ਦਾ ਕੈਨੇਡੀਅਨਸ ਨੂੰ ਲਾਭ ਕਿਵੇਂ ਹੋਵੇਗਾ। ਕੈਨੇਡਾ ਦੇ ਐਮਿਸ਼ਨਸ ਰਿਡਕਸ਼ਨ ਪਲਾਨ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰਧਾਨ ਮੰਤਰੀ ਵੱਲੋਂ ਇਸ ਯੋਜਨਾ ਨੂੰ ਡੀਟੇਲਡ ਪਲਾਨ ਦੱਸਿਆ ਗਿਆ ਅਤੇ ਨਾਲ ਹੀ ਦੱਸਿਆ ਗਿਆ ਹੈ ਕਿ ਇਸ ਨਾਲ ਕਿਵੇਂ ਫਾਇਦਾ ਹੋਵੇਗਾ। ਜਸਟਿਨ ਟਰੂਡੋ ਨੇ ਕਿਹਾ ਕਿ ਇਸ ਪਲਾਨ ਦੇ ਜ਼ਰੀਏ ਸਾਫ਼ ਹਵਾ, ਨੌਕਰੀਆਂ ਅਤੇ ਮਜ਼ਬੂਤ ਆਰਥਿਕਤਾ ਹਰ ਕਿਸੇ ਤੱਕ ਪਹੁੰਚਾਈ ਜਾਵੇਗੀ।
ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ। Hey everyone, we've just released Canada's emissions reduction plan. It's about clean air, it's about good jobs, it's about a strong economy, it's about a better future. With this concrete and ambitious plan, we're going to help people make the switch to electric vehicles. We're going to help industries switch towards clean tech. We're going to help you green your home. We're going to help the oil and gas industry reduce its emissions. We're going to use nature to fight climate change. All of this and more. It's an ambitious and responsible plan that is good news for all of us. Good news as we look into a future of better jobs and a stronger economy while we protect our environment for future generations. This is what we've always done, and with this plan, we get to step up to do even more together. ਅਲਬਰਟਾ ਤੋਂ ਜਾਣਕਾਰੀ ਸਾਹਮਣੇ ਆਈ ਜਿੱਥੇ ਪਹਿਲਾਂ ਦੇ ਮੁਕਾਬਲੇ ਤਲਾਕ ਦੇ ਮਾਮਲੇ ਘੱਟ ਹੋਏ ਨੇ। ਕਰੋਨਾ ਦਾ ਜਿੱਥੇ ਵੱਖ-ਵੱਖ ਚੀਜ਼ਾਂ ਦੇ ਉੱਪਰ ਅਸਰ ਪਿਆ, ਇਹ ਵੀ ਦੇਖਣ ਦੇ ਵਿੱਚ ਆਇਆ ਕਿ ਪਹਿਲਾਂ ਦੇ ਮੁਕਾਬਲੇ ਤਲਾਕ ਦੇ ਮਾਮਲੇ ਹੁਣ ਘੱਟ ਹੋਣ ਲੱਗੇ ਨੇ। ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਜਿਵੇਂ-ਜਿਵੇਂ ਪੈਂਡੇਮਿਕ ਖਤਮ ਹੋਵੇਗਾ ਤੇ ਇਹਨਾਂ ਮਾਮਲਿਆਂ ਵਿੱਚ ਫਿਰ ਤੋਂ ਵਾਧਾ ਹੋ ਸਕਦਾ ਹੈ। ਅਲਬਰਟਾ ਵਿੱਚ ਹੁਣ ਪਹਿਲਾਂ ਦੇ ਮੁਕਾਬਲੇ ਤਲਾਕ ਦੇ ਮਾਮਲੇ ਘੱਟ ਹੋਣ ਲੱਗੇ ਨੇ। ਇੱਥੇ 40 ਸਾਲਾਂ ਬਾਅਦ ਤਲਾਕ ਦੇ ਮਾਮਲਿਆਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਬਾਰੇ ਇੱਕ ਡਾਟਾ ਤੋਂ ਜਾਣਕਾਰੀ ਸਾਹਮਣੇ ਆਈ। ਜੀ ਹਾਂ, ਕਰੋਨਾ ਪੈਂਡੇਮਿਕ ਦਾ ਅਸਰ ਜਿੱਥੇ ਵੱਖ-ਵੱਖ ਚੀਜ਼ਾਂ ਦੇ ਉੱਪਰ ਪਿਆ ਹੈ, ਦੂਜੇ ਪਾਸੇ ਕੁਝ ਚੰਗੀਆਂ ਚੀਜ਼ਾਂ ਵੀ ਹੋਈਆਂ ਨੇ। ਐਲਬਰਟਾ ਵਿੱਚ ਬਹੁਤ ਸਾਰੇ ਜੋੜੇ ਅਜਿਹੇ ਸਨ ਜਿਹੜੇ ਕੋਵਿਡ ਦੌਰਾਨ ਇੱਕ ਦੂਸਰੇ ਦੇ ਨੇੜੇ ਆ ਗਏ। 2020 ਦੌਰਾਨ ਐਲਬਰਟਾ ਵਿੱਚ 6,801 ਕੇਸਿਸ ਦਰਜ ਕੀਤੇ ਗਏ, ਜੋ ਕਿ ਕਾਫੀ ਲੰਬੇ ਸਮੇਂ ਤੋਂ ਬਾਅਦ ਗਿਰਾਵਟ ਦਰਜ ਕੀਤੀ ਗਈ। ਇਹ ਅੰਕੜੇ ਸਟੈਟਿਸਟਿਕਸ ਕੈਨੇਡਾ ਵੱਲੋਂ ਸਾਂਝੇ ਕੀਤੇ ਗਏ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਕਿਵੇਂ ਪਹਿਲਾਂ ਦੇ ਮੁਕਾਬਲੇ ਹੁਣ ਤਲਾਕ ਦੇ ਮਾਮਲੇ ਸੂਬੇ ਵਿੱਚ ਘੱਟ ਹੋਣ ਲੱਗੇ ਨੇ। ਮਾਹਰ ਇਸ ਬਾਰੇ ਆਪਣੇ ਵਿਚਾਰ ਪੇਸ਼ ਕਰ ਰਹੇ ਨੇ। ਕੁਝ ਮਾਹਰਾਂ ਦਾ ਕਹਿਣਾ ਹੈ ਕਿ ਪੈਂਡੇਮਿਕ ਦੌਰਾਨ ਲੋਕਾਂ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਹ ਆਪਣੀਆਂ ਨੌਕਰੀਆਂ ਕਿਵੇਂ ਬਚਾਉਣ, ਆਪਣੀ ਸਿਹਤ ਸੰਬੰਧੀ ਉਹਨਾਂ ਵੱਲੋਂ ਚਿੰਤਾ ਜਤਾਈ ਜਾ ਰਹੀ ਸੀ। ਇਸ ਤੋਂ ਇਲਾਵਾ ਜਿਹੜੇ ਅੰਕੜੇ ਸਾਹਮਣੇ ਆਏ ਨੇ ਉਸ ਦੇ ਵਿੱਚੋਂ ਇਹ ਵੀ ਪਤਾ ਚੱਲਿਆ ਕਿ 2020 ਦੌਰਾਨ ਐਲਬਰਟਾ ਵਿੱਚ 14,274 ਵਿਆਹ ਹੋਏ ਹਨ, ਜੋ ਕਿ 2019 ਦੇ ਮੁਕਾਬਲੇ 3,850 ਘੱਟ ਦੱਸੇ ਗਏ। ਇਸ ਤੋਂ ਇਲਾਵਾ ਕੁਝ ਮਾਹਰਾਂ ਵੱਲੋਂ ਇਸ ਸੰਬੰਧੀ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਹੁਣ ਪੈਂਡੇਮਿਕ ਬਿਲਕੁਲ ਖਤਮ ਹੋ ਜਾਏਗਾ ਤਾਂ ਫਿਰ ਇੱਕ ਵਾਰ ਫਿਰ ਤੋਂ ਇੱਥੇ ਤਲਾਕ ਦੇ ਮਾਮਲੇ ਵੱਧ ਸਕਦੇ ਹਨ। ਕਰੋਨਾ ਵਾਇਰਸ ਦੇ ਮਾਮਲੇ ਤਾਂ ਘਟ ਰਹੇ ਨੇ, ਪਰ ਇਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਰਹੀ ਹੈ। ਇਸ ਬਾਰੇ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਣਕਾਰੀ ਦਿੱਤੀ ਗਈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਵੇਂ ਹੁਣ ਪਹਿਲਾਂ ਦੇ ਮੁਕਾਬਲੇ ਕਰੋਨਾ ਵਾਇਰਸ ਦੀ ਜੋ ਸਥਿਤੀ ਹੈ ਇੱਕ ਵਾਰ ਫਿਰ ਤੋਂ ਬਣਦੀ ਹੋਈ ਦਿਖਾਈ ਦੇ ਰਹੀ ਹੈ। ਮੌਜੂਦਾ ਸਮੇਂ ਵਿਸ਼ਵ ਵਿੱਚ ਕਰੋਨਾ ਵਾਇਰਸ ਦੇ ਕੀ ਹਾਲਾਤ ਨੇ, ਇਸ ਨਾਲ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਣੂ ਕਰਵਾਇਆ ਗਿਆ। ਵਿਸ਼ਵ ਸਿਹਤ ਸੰਗਠਨ ਨੇ ਦੱਸਿਆ ਕਿ ਵਿਸ਼ਵ ਦੇ ਵਿੱਚ ਹੁਣ ਪਹਿਲਾਂ ਦੇ ਮੁਕਾਬਲੇ ਕਰੋਨਾ ਕੇਸਿਸ ਘੱਟ ਹੋਣ ਲੱਗੇ ਨੇ, ਪਰ ਦੂਜੇ ਪਾਸੇ ਕੋਵਿਡ ਕਾਰਨ ਜੋ ਮੌਤਾਂ ਹੋ ਰਹੀਆਂ ਨੇ ਉਸ ਦਾ ਅੰਕੜਾ 40% ਨਾਲ ਵੱਧ ਦਰਜ ਕੀਤਾ ਗਿਆ। ਦੱਸ ਦਈਏ ਕਿ ਕੁਝ ਅਜਿਹੇ ਦੇਸ਼ ਹਨ ਜਿਨ੍ਹਾਂ ਵੱਲੋਂ ਕਰੋਨਾ ਕਾਰਨ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਉਹਨਾਂ ਨੂੰ ਖਤਮ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਇਸ ਦਾ ਜ਼ਿਕਰ ਵਿਸ਼ਵ ਸਿਹਤ ਸੰਗਠਨ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਬਸ ਇਹ ਵੀ ਨਜ਼ਰ ਆ ਰਿਹਾ ਹੈ ਕਿ ਹੁਣ ਕੁਝ ਦੇਸ਼ਾਂ ਵਿੱਚ ਕਰੋਨਾ ਦੇ ਮਾਮਲੇ ਕਾਫੀ ਵੱਧ ਰਹੇ ਨੇ। ਚਾਈਨਾ ਦੇ ਵਿੱਚ ਵੀ ਅਜਿਹਾ ਹੋ ਰਿਹਾ ਹੈ, ਜਿੱਥੇ ਹੁਣ ਕਈ ਸ਼ਹਿਰਾਂ ਦੇ ਵਿੱਚ ਲਾਕਡਾਊਨ ਲਗਾਇਆ ਜਾ ਰਿਹਾ ਹੈ। ਮੌਜੂਦਾ ਹਾਲਾਤਾਂ ਦੇ ਬਾਰੇ ਵਿਸ਼ਵ ਸਿਹਤ ਸੰਗਠਨ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। It lays out 3 possible scenarios for how the pandemic could evolve this year. Based on what we know now, the most likely scenario is that the virus continues to evolve, but the severity of disease it causes reduces over time as immunity increases due to vaccination and infection. Periodic spikes in cases and deaths may occur as immunity wanes, which may require periodic boosting for vulnerable populations. In the best case scenario, we may see less severe variants emerge and boosters or new formulations of vaccines won't be necessary. In the worst case scenario, a more virulent and highly transmissible variant emerges. Against this new threat, people's protection against severe disease and death, either from prior vaccination or infection, will wane rapidly. Addressing this situation would require significantly altering the current vaccines and making sure they get to the people who are most vulnerable to severe disease. So, how do we move forward and end the acute phase of the pandemic this year? It requires countries to invest in 5 core components. First, surveillance,
laboratories, and public health intelligence. Second, vaccination, public health and social measures, and engaged communities. Third, clinical care for COVID-19 and resilient health systems. ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਕਰੋਨਾ ਵਾਇਰਸ ਦੀ ਚੌਥੀ ਲਹਿਰ ਦੀ ਸ਼ੁਰੂਆਤ ਹੋ ਰਹੀ ਹੈ। ਇਹ ਕਹਿਣਾ ਹੈ ਮਾਹਿਰਾਂ ਦਾ। ਉਹਨਾਂ ਵੱਲੋਂ ਇਸ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਦੱਸ ਦਈਏ ਕਿ ਕਈ ਸੂਬੇ ਅਜਿਹੇ ਨੇ ਜਿੱਥੇ ਪਹਿਲਾਂ ਦੇ ਮੁਕਾਬਲੇ ਕੇਸਿਸ ਹੁਣ ਵੱਧ ਹੋਣ ਲੱਗੇ ਨੇ, ਜਿਸ ਤੋਂ ਬਾਅਦ ਮਾਹਰ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ। ਕਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਮਾਹਰਾਂ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਕਰੋਨਾ ਵਾਇਰਸ ਦੀ 6ਵੀਂ ਲਹਿਰ ਦੇ ਵੱਲ ਵਧ ਰਿਹਾ ਹੈ। ਵੱਖ-ਵੱਖ ਹਿੱਸਿਆਂ ਵਿੱਚ ਇੱਕ ਵਾਰ ਫਿਰ ਤੋਂ ਕੇਸਿਸ ਵਧ ਰਹੇ ਨੇ ਤੇ ਹਸਪਤਾਲ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਹਾਲ ਹੀ 'ਚ ਡਾਕਟਰ ਥੇਰੇਸਾ ਟੇਮ ਵੱਲੋਂ ਵੀ ਇਸ ਬਾਰੇ ਗੱਲਬਾਤ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਵੇਂ ਵੱਖ-ਵੱਖ ਹਿੱਸਿਆਂ ਵਿੱਚ ਕਰੋਨਾ ਕੇਸਿਸ ਵਧ ਰਹੇ ਹਨ। ਤਾਜ਼ਾ ਅੰਕੜਿਆਂ ਮੁਤਾਬਕ ਓਨਟਾਰੀਓ, ਐਲਬਰਟਾ, ਸਸਕੈਚੁਆਨ ਅਤੇ ਬ੍ਰਿਟਿਸ਼ ਕੋਲੰਬੀਆ ਦੇ ਕੁਝ ਹਿੱਸਿਆਂ ਵਿੱਚ ਕਰੋਨਾ ਕੇਸਿਸ ਅੰਦਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਇਸ ਪਿੱਛੇ ਓਮਿਕਰੌਨ ਸਬ ਵੇਰੀਐਂਟ ਨੂੰ ਕਾਰਨ ਮੰਨਿਆ ਜਾ ਰਿਹਾ ਹੈ, ਜੋ ਕਿ ਤੇਜ਼ੀ ਨਾਲ ਫੈਲਦਾ ਹੈ ਤੇ ਇਸ ਦਾ ਫੈਲਾਅ ਨਜ਼ਰ ਵੀ ਆ ਰਿਹਾ ਹੈ। ਹੁਣ ਇਸ ਬਾਰੇ ਕੁਈਨਜ਼ ਯੂਨੀਵਰਸਿਟੀ ਇਨ ਕਿੰਗਸਟਨ ਦੀ ਡਿਜ਼ੀਜ਼ ਸਪੈਸ਼ਲਿਸਟ ਵੱਲੋਂ ਗੱਲਬਾਤ ਕੀਤੀ ਗਈ, ਜਿੱਥੇ ਉਹਨਾਂ ਕਿਹਾ ਕਿ ਅਸੀਂ ਇੱਕ ਹੋਰ ਕਰੋਨਾ ਦੀ ਵੇਵ ਵੱਲ ਵਧ ਰਹੇ ਹਾਂ। ਕਿਊਬੈਕ ਦੇ ਵਿੱਚ ਪਹਿਲਾਂ ਦੇ ਮੁਕਾਬਲੇ 4% ਕੇਸਿਸ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਤੇ ਹਸਪਤਾਲ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਵੱਧ ਹੋਈ ਹੈ। ਇਸ ਤੋਂ ਇਲਾਵਾ ਕਿਊਬੈਕ ਦੇ ਵਿੱਚ ਚੌਥੇ ਟੀਕੇ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ, ਜਿੱਥੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਵੱਧ ਉਮਰ ਦੇ ਲੋਕ ਨੇ ਉਹਨਾਂ ਨੂੰ ਕੋਵਿਡ-19 ਵੈਕਸੀਨ ਦਾ ਚੌਥਾ ਟੀਕਾ ਜਾਣੀ ਕਿ ਦੂਸਰਾ ਬੂਸਟਰ ਡੋਜ਼ ਲਗਾਇਆ ਜਾਵੇਗਾ। ਹੁਣ ਇਹਨਾਂ ਵੱਧ ਰਹੇ ਮਾਮਲਿਆਂ ਦੇ ਬਾਰੇ ਡਾਕਟਰ ਹਿੰਸ਼ਾ ਵੱਲੋਂ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। First, it's important to remember that many viruses constantly change through mutations. This is to be expected, especially with a virus as transmissible and prevalent as the one that causes COVID-19. This is why, since the start of the pandemic, we have been actively monitoring the genetic code of the SARS-CoV-2 virus in the province. This has helped us to understand how the virus is evolving in our population and to detect the arrival of variant strains from outside the province. As we've seen over the last 2 years, some variants emerge and disappear without large impacts, while others persist and become dominant, like Delta and Omicron. Currently, all COVID-19 cases identified through PCR tests are screened for variants of concern, and our variant screening and sequencing for genomic surveillance picks up variants and subvariants, including BA2. As of March 21st, approximately 60% of positive cases are BA2, so it is now the dominant strain of Omicron in the province. Although inherently more transmissible than BA1, so far there is no evidence of it causing more severe disease than BA1 based on clinical data from South Africa, the United Kingdom, Denmark, and Ontario. While this is good news, we only have to look back to the 5th wave to see that a virus that is more transmissible can cause a large impact at a population level, even if the risk of severe outcomes are the same or lower for individuals. Therefore, we should expect to see transmission trending upwards in the coming weeks, meaning that those at risk of severe outcomes should revisit their precautionary measures, and those who have not yet gotten their booster dose should do so as soon as possible. ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਕੋਵਿਡ-19 ਵੈਕਸੀਨ ਦਾ ਚੌਥਾ ਟੀਕਾ ਲਗਵਾਇਆ ਗਿਆ। ਅਮਰੀਕਾ ਦੇ ਵਿੱਚ ਹੁਣ 50 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੀ ਚੌਥੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਹਾਲ ਹੀ ਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਰਾਸ਼ਟਰਪਤੀ ਬਾਈਡਨ ਵੱਲੋਂ ਚੌਥਾ ਟੀਕਾ ਜਾਣੀ ਕਿ ਦੂਸਰਾ ਬੂਸਟਰ ਸ਼ਾਟ ਲਗਵਾ ਲਿਆ ਗਿਆ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਕਰੋਨਾ ਦਾ ਚੌਥਾ ਟੀਕਾ ਲਗਵਾਇਆ ਗਿਆ। ਜੀ ਹਾਂ, FDA ਵੱਲੋਂ ਹਾਲ ਹੀ ਵਿੱਚ ਚੌਥੇ ਟੀਕੇ ਨੂੰ ਮਾਨਤਾ ਦਿੱਤੀ ਗਈ, ਜਿਸ ਤੋਂ ਬਾਅਦ ਹੁਣ ਰਾਸ਼ਟਰਪਤੀ ਨੇ ਇਹ ਟੀਕਾ ਲਗਵਾ ਲਿਆ ਹੈ। ਦੱਸ ਦਈਏ ਕਿ ਅਮਰੀਕਾ ਵਿੱਚ 50 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਦੇ ਲਈ ਚੌਥੇ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਭਾਵ ਕਿ ਜਿਨ੍ਹਾਂ ਦੀ ਉਮਰ 50 ਸਾਲ ਅਤੇ ਇਸ ਤੋਂ ਵੱਧ ਹੈ, ਉਹ ਫਾਈਜ਼ਰ ਦਾ ਚੌਥਾ ਟੀਕਾ ਲਗਵਾ ਸਕਦੇ ਨੇ। ਇਸ ਤੋਂ ਇਲਾਵਾ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਜਿਨ੍ਹਾਂ ਨੇ ਤੀਜਾ ਟੀਕਾ 4 ਮਹੀਨੇ ਪਹਿਲਾਂ ਲਗਵਾਇਆ, ਉਹ ਹੁਣ ਚੌਥਾ ਟੀਕਾ ਹਾਸਲ ਕਰ ਸਕਦੇ ਨੇ। ਦੱਸ ਦਈਏ ਕਿ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਆਪਣਾ ਪਹਿਲਾ ਕਰੋਨਾ ਦਾ ਟੀਕਾ ਸਤੰਬਰ ਮਹੀਨੇ ਦੌਰਾਨ ਲਗਵਾਇਆ ਗਿਆ। ਉਹਨਾਂ ਵੱਲੋਂ ਬੂਸਟਰ ਸ਼ਾਟ ਵੀ ਲਗਵਾਇਆ ਗਿਆ ਸੀ, ਜਿਸ ਤੋਂ 4 ਮਹੀਨੇ ਬਾਅਦ ਹੁਣ ਉਹਨਾਂ ਨੇ ਚੌਥਾ ਵੈਕਸੀਨ ਜਾਣੀ ਕਿ ਦੂਸਰਾ ਬੂਸਟਰ ਡੋਜ਼ ਲਗਵਾਇਆ ਹੈ। ਇਸ ਤੋਂ ਇਲਾਵਾ ਅਮਰੀਕਨਸ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਵੀ ਕੋਵਿਡ-19 ਵੈਕਸੀਨ ਜ਼ਰੂਰ ਹਾਸਲ ਕਰਨ। ਜ਼ਿਕਰਯੋਗ ਹੈ ਕਿ ਹੁਣ ਜੋ ਕਰੋਨਾ ਵਾਇਰਸ ਦੇ ਮਾਮਲੇ ਇੱਕ ਵਾਰ ਫਿਰ ਤੋਂ ਵਧਣ ਲੱਗੇ ਨੇ, ਇਸ ਤੋਂ ਬਾਅਦ ਚਿੰਤਾ ਪ੍ਰਗਟਾਈ ਜਾ ਰਹੀ ਹੈ
ਤੇ ਅਮਰੀਕਾ ਦੇ ਵਿੱਚ ਵੀ ਜਿਹੜੇ ਪਹਿਲਾਂ ਦੇ ਮੁਕਾਬਲੇ ਕੇਸਸ ਦੇ ਵਿੱਚ ਵਾਧਾ ਦਰਜ ਕੀਤਾ ਗਿਆ। ਇਸ ਤੋਂ ਬਾਅਦ ਹੁਣ ਜਾਣਕਾਰੀ ਸਾਹਮਣੇ ਆਈ ਸੀ ਕਿ ਚੌਥੇ ਟੀਕੇ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ, ਜੋ ਕਿ 50 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਲਗਾਉਣ ਦੀ ਸ਼ੁਰੂਆਤ ਕੀਤੀ ਗਈ। ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 18 ਸਾਲ ਦੇ ਬੱਚੇ ਕੋਲੋਂ ਨਸ਼ਾ ਬਰਾਮਦ ਹੋਇਆ। ਜੋ ਪਾਰਕ ਕੀਤਾ ਗਿਆ ਵਾਹਨ ਸੀ ਉਸ ਵਿੱਚੋਂ ਨਸ਼ਾ ਬਰਾਮਦ ਹੋਇਆ। ਇਸ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਇੱਕ ਹੋਰ ਬੈਕਪੈਕ ਮਿਲਿਆ ਜਿਸ ਵਿੱਚੋਂ ਹੋਰ ਵੀ ਨਸ਼ਾ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ। ਕਿੱਥੋਂ ਇਹ ਮਾਮਲਾ ਸਾਹਮਣੇ ਆਇਆ, ਜਾਣੋ ਇਸ ਖਬਰ ਰਾਹੀਂ। ਸਕੂਲ 'ਚੋਂ 18 ਸਾਲਾ ਬੱਚੇ ਕੋਲੋਂ ਨਸ਼ਾ ਬਰਾਮਦ ਹੋਇਆ। ਇਸ ਬੱਚੇ ਕੋਲੋਂ ਕਾਰ ਦੇ ਵਿੱਚ ਅੱਧਾ ਕਿਲੋ ਕੈਨੇਬੀਸ ਬਰਾਮਦ ਕੀਤੀ ਗਈ। ਦਰਅਸਲ ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਹਾਈ ਸਕੂਲ ਵਿਦਿਆਰਥੀ ਕੋਲੋਂ ਨਸ਼ਾ ਮਿਲਿਆ। ਪਾਰਕ ਕੀਤੇ ਗਏ ਵਾਹਨ ਵਿੱਚੋਂ ਇਸ ਕੋਲੋਂ 525 ਗ੍ਰਾਮ ਕੈਨੇਬੀਸ ਬਰਾਮਦ ਕੀਤੀ ਗਈ। ਇਸ ਮਾਮਲੇ ਦੇ ਸੰਬੰਧ ਵਿੱਚ ਜਦੋਂ ਪੁਲਿਸ ਵੱਲੋਂ ਵਧੇਰੇ ਜਾਂਚ ਕੀਤੀ ਗਈ ਤਾਂ ਉਹਨਾਂ ਨੂੰ ਇੱਕ ਹੋਰ ਬੈਕਪੈਕ ਮਿਲਿਆ ਜਿਸ ਵਿੱਚ ਸਸਪੈਕਟਡ ਮੈਰੀਜੁਆਨਾ ਬਰਾਮਦ ਹੋਇਆ। ਇਸ ਤੋਂ ਇਲਾਵਾ 524.7 ਗ੍ਰਾਮ ਸਸਪੈਕਟਡ ਕੈਨੇਬੀਸ, $438, 9 mm ਫਾਇਰਆਰਮ ਅਤੇ ਡਰਮ ਸਟਾਈਲ ਮੈਗਜ਼ੀਨ ਵੀ ਪੁਲਿਸ ਦੇ ਹੱਥ ਲੱਗੀ। ਜਾਣਕਾਰੀ ਮੁਤਾਬਕ ਟੀਨੇਜਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਸ ਬਾਰੇ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ। ਫਿਲਹਾਲ ਇਸ ਟੀਨੇਜਰ ਦਾ ਨਾਮ ਜਨਤਕ ਨਹੀਂ ਕੀਤਾ ਗਿਆ ਤੇ ਪੁਲਿਸ ਵੱਲੋਂ ਇਸ ਮਾਮਲੇ ਦੇ ਸੰਬੰਧ ਵਿੱਚ ਵਧੇਰੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਇਸ ਵਿਦਿਆਰਥੀ ਨੂੰ ਬੇਲ ਦੇ ਉੱਪਰ ਰਿਹਾ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਲੀਅਮਸ ਲੇਕ ਫਰਸਟ ਨੇਸ਼ਨ ਪਹੁੰਚੇ ਜਿੱਥੇ ਪਹੁੰਚਣ ਤੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਥੇ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਲੀਅਮਸ ਲੇਕ ਫਰਸਟ ਨੇਸ਼ਨ ਪਹੁੰਚੇ ਜਿੱਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇੱਥੇ ਪਹੁੰਚਣ ਤੇ ਟਰੂਡੋ ਦਾ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ ਗਿਆ ਜਿੱਥੇ ਲੋਕ ਡਰਮਿੰਗ ਕਰਦੇ ਅਤੇ ਗਾਉਂਦੇ ਹੋਏ ਦਿਖਾਈ ਦਿੱਤੇ। ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕਰਾਊਨ ਇੰਡੀਜੀਅਸ ਰਿਲੇਸ਼ਨਸ ਮਿਨਿਸਟਰ ਵੈਨਕੂਵਰ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਜਿੱਥੇ ਉਹਨਾਂ ਵੱਲੋਂ ਵਿਲੀਅਮ ਲੇਕ ਫਰਸਟ ਨੇਸ਼ਨ ਦੇ ਕੌਂਸਲ ਮੈਂਬਰਸ, ਐਲਡਰਸ, ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰਸ ਅਤੇ ਹੋਰ ਮੈਂਬਰਸ ਨਾਲ ਮੁਲਾਕਾਤ ਕੀਤੀ ਜਾਵੇਗੀ। ਪਹੁੰਚਣ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਵਾਗਤ ਕਿਵੇਂ ਕੀਤਾ ਗਿਆ ਆਓ ਤੁਹਾਨੂੰ ਦਿਖਾਉਂਦੇ ਹਾਂ। ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਹੜੇ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ ਤੁਹਾਨੂੰ ਜਾਣੂ ਕਰਵਾਵਾਂਗੇ ਇਸ ਖਬਰ ਰਾਹੀਂ। ओंटारियो ਦੇ ਹਸਪਤਾਲ ਵਿੱਚ 778 ਮਰੀਜ਼ਾਂ ਦੀ ਗਿਣਤੀ ਹੈ ਜਿਨ੍ਹਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ ਤੇ ਇੰਟੈਂਸਿਵ ਕੇਅਰ ਅਧੀਨ 165 ਦਾ ਅੰਕੜਾ ਦੱਸਿਆ ਗਿਆ। ਸੂਬੇ ਤੋਂ 24 ਘੰਟਿਆਂ ਦੌਰਾਨ 2000 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ। ਇੱਥੇ 24 ਘੰਟਿਆਂ ਦੌਰਾਨ 2814 ਕੇਸਿਸ ਸਾਹਮਣੇ ਆਏ। ਹੁਣ ਤੱਕ 11,59,470 ਕੁੱਲ ਕੋਰੋਨਾ ਦੇ ਮਾਮਲੇ ਪ੍ਰੋਵਿੰਸ ਵਿੱਚ ਸਾਹਮਣੇ ਆ ਚੁੱਕੇ ਨੇ। 24 ਘੰਟਿਆਂ ਦੌਰਾਨ 13 ਲੋਕਾਂ ਨੇ ਵਾਇਰਸ ਕਾਰਨ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਮੌਤਾਂ ਦਾ ਅੰਕੜਾ 12,427 ਦੇ ਉੱਪਰ ਪਹੁੰਚ ਗਿਆ। ਰਿਕਵਰਡ ਕੇਸਿਸ ਦੀ ਗਿਣਤੀ 11,27,307 ਦੱਸੀ ਗਈ। ਵੈਕਸੀਨੇਸ਼ਨ ਦੇ ਬਾਰੇ ਜਿਹੜੀ ਇਨਫੋਰਮੇਸ਼ਨ ਸਾਹਮਣੇ ਆਈ ਹੈ ਉਸ ਮੁਤਾਬਕ 12 ਸਾਲ ਅਤੇ ਇਸ ਤੋਂ ਵੱਧ ਉਮਰ ਵਾਲਿਆਂ 'ਚ 90.9% ਇਸ ਸਮੇਂ ਫੁੱਲੀ ਵੈਕਸੀਨੇਟਡ ਨੇ। 92.8% ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਤੇ 55.5% ਵੱਲੋਂ ਕੋਵਿਡ-19 ਵੈਕਸੀਨ ਦੀਆਂ 3 ਡੋਜ਼ ਲਗਵਾਈਆਂ ਗਈਆਂ। ਇਸ ਤੋਂ ਇਲਾਵਾ 5 ਸਾਲ ਤੋਂ 11 ਸਾਲ ਵਾਲਿਆਂ 'ਚ 55.6% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦਾ ਪਹਿਲਾ ਟੀਕਾ, 33% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਟੀਕੇ ਲਗਵਾਏ ਗਏ ਨੇ। ਇਸ ਸੂਬੇ ਵਿੱਚ ਟੈਸਟ ਪੋਜ਼ਿਟਿਵਿਟੀ ਰੇਟ 15.1% ਦਰਜ ਕੀਤਾ ਗਿਆ।
ਕਿਊਬੈਕ ਸੂਬੇ ਵਿੱਚ ਹੁਣ ਪਹਿਲਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਹੋਣ ਲੱਗੇ ਨੇ, ਜਿਸ ਤੋਂ ਬਾਅਦ ਹੁਣ ਮਾਹਰ ਵੀ ਆਪਣੀ ਚਿੰਤਾ ਪ੍ਰਗਟਾਉਂਦੇ ਹੋਏ ਦਿਖਾਈ ਦੇ ਰਹੇ ਨੇ। ਇੱਕ ਪਾਸੇ ਕੋਵਿਡ-19 ਵੈਕਸੀਨ ਦੇ ਚੌਥੇ ਟੀਕੇ ਨੂੰ ਲੈ ਕੇ ਚਰਚਾ ਹੋ ਰਹੀ ਹੈ, ਪਰ ਦੂਜੇ ਪਾਸੇ ਮਾਹਰ ਵੀ ਲਗਾਤਾਰ ਇਸ ਬਾਰੇ ਗੱਲ ਕਰ ਰਹੇ ਨੇ। ਇੱਥੇ ਹਸਪਤਾਲ ਵਿੱਚ 1200 ਦੇ ਕਰੀਬ ਮਰੀਜ਼ ਹਨ ਜਿਨ੍ਹਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ। ਇੰਟੈਂਸਿਵ ਕੇਅਰ ਅਧੀਨ 60 ਦਾ ਅੰਕੜਾ ਦੱਸਿਆ ਗਿਆ। 24 ਘੰਟੇ ਦੌਰਾਨ ਇੱਥੇ 3067 ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਅਤੇ 8 ਮੌਤਾਂ ਇਸ ਵਾਇਰਸ ਕਾਰਨ ਬੀਤੇ 24 ਘੰਟਿਆਂ ਦੌਰਾਨ ਹੋ ਗਈਆਂ। ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 9,64,450 ਕੇਸਿਸ ਸਾਹਮਣੇ ਆ ਚੁੱਕੇ ਨੇ। 14,353 ਮੌਤਾਂ ਇਸ ਵਾਇਰਸ ਕਾਰਨ ਹੋ ਚੁੱਕੀਆਂ ਨੇ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ ਜਿਨ੍ਹਾਂ ਦੀ ਉਮਰ 5 ਸਾਲ ਅਤੇ ਇਸ ਤੋਂ ਵੱਧ ਹੈ, ਉਹਨਾਂ ਵਿੱਚ 91% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 87% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 2 ਡੋਜ਼ ਤੇ 53% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 3 ਟੀਕੇ ਲਗਵਾਏ ਜਾ ਚੁੱਕੇ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਬਾਇਓਮੈਟ੍ਰਿਕ ਤੋਂ ਮਿਲੀ ਰਾਹਤ, ਯੂਕਰੇਨ ਤੋਂ ਆਉਣ ਵਾਲਿਆਂ ਨੂੰ ਢਿੱਲ, ਕੌਣ ਕੱਢ ਰਿਹਾ ਟਰੂਡੋ ਨੂੰ ਗਾਲਾਂ, ਟਰੂਡੋ ਖਿਲਾਫ ਪ੍ਰਦਰਸ਼ਨ ਕਿਉਂ, ਐਕਸਪ੍ਰੈਸ ਐਂਟਰੀ ਡਰਾ ਦਾ ਐਲਾਨ, ਕਈ ਉਮੀਦਵਾਰਾਂ ਨੂੰ ਮਿਲੇ ਸੱਦੇ, ਨਸ਼ੇ ਦੇ ਮਾਮਲੇ ਵਿੱਚ 20 ਜਾਣੇ ਗ੍ਰਿਫਤਾਰ, ਹੁਣ ਤੱਕ ਦਾ ਸਭ ਤੋਂ ਵੱਧ ਨਸ਼ਾ ਬਰਾਮਦ, ਏਅਰ ਕੈਨੇਡਾ ਨੇ ਦਿੱਤੀ ਖੁਸ਼ਖਬਰੀ, ਹੁਣ ਵੱਧ ਲੋਕ ਕਰ ਸਕਦੇ ਸਫ਼ਰ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।